अपना विरोधी किहनूं मानते हो जी? क्योंकि थोड़े जे आप चाहे बाजवा साहब की गल करी जाइए तो तुसीं किहनूं अपना जिहड़ा विरोधी किहनूं मानते हो? साडा मुकाबला ही हुण किसे नाल नहीं रहा, मुकाबला दूजे ते तीजे नंबर दा आ। जे आप डिवेलपमेंट की गल की जाए तो जे तुसीं तुहाडी पार्टी आउंदी है, जे तुसीं इहदे इलाके तो जित के नुमाइंदगी करते हो तो की इत्थे सुधार लियाओगे जिहड़े अज तक नहीं होए ते जां उन्हां ने जिहड़े नहीं कीते? क्योंकि उन्हां दे कहण मुताबक इस तां काम ही बड़े करवाए हैं जी। इत्थे एक भी काम दस दिन सवा गलियां नालियां तो भी पैसा मनरेगा दा आया और वो भी इन्हां दे सरपंचां खादा, उसदी इनकुआरी भी केंद्र सरकार ने खोलती आ। होया की आ, सरपंचां दीयां बोलियां ते अफसरां दीयां फोलियां, जिहड़ा इत्थों MLA ही वो पैसे इकट्ठे करके ते भज गया वा। दूजा मसला सी कादियां दी रेल लाइन दा ब्यास तक दा। बाजवा साहब 2 बार MP बन गए आ, अजे तक वो रेल लाइन नहीं कढ़ा सके। बाजवा साहब एक काम दस दिन 12 साल दिल्ली च पार्लीमेंट च रहे, गुरदासपुर की नुमाइंदगी की आ, एक काम दस दिन सौं खान नूं कि किहड़ा कीता? ਉਹ ਕਹਿੰਦੇ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ, ਕਹਿੰਦੇ ਇਹ ਤਾਂ ਸਟੇਟ ਗਵਰਨਮੈਂਟ ਦੇ ਕੰਮ ਦੇ ਇੱਥੇ, ਕਹਿੰਦੇ ਜਿਹੜੇ ਸੈਂਟਰ ਗਵਰਨਮੈਂਟ ਦੇ ਮੈਂ ਤਾਂ ਬਹੁਤ ਫੰਡ ਲਿਆਂਦੇ, ਬੜਾ ਕੁਝ ਕੀਤਾ। और 80+ सीटां जित के आम आदमी पार्टी की सरकार पंजाब च बनी। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਅਸੀਂ ਇਸ ਵਕਤ ਗੁਰਦਾਸਪੁਰ ਏਰੀਆ ਕਾਦੀਆਂ ਹਲਕੇ ਦੇ ਵਿੱਚ ਖੜੇ ਹਾਂ, ਜਿੱਥੇ ਜਗਰੂਪ ਸਿੰਘ ਸੇਖਵਾਂ ਜਿਹੜੇ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ, ਉਹਨਾਂ ਤੋਂ ਅਸੀਂ ਪੁੱਛਦੇ ਹਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਔਰ ਕਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ। ਸੋ ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ। सत श्री अकाल जी, बहुत धन्यवाद जी। ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਜੀ? बहुत वधिया जी, आम आदमी पार्टी की लहर चल रही है कादियां हल्के च। दिन ब दिन लोग बड़ी वड्डी पैमाने ते ज्वाइनिंग कर रहे हैं और लोगों का मन बनया होया बदलाव दे लई। इस वार लोग बदलाव दे रौच ने और आम आदमी पार्टी की सरकार लियाउण नूं बहुत उत्सुक ने। ਜੇ ਆਪਾਂ ਗੱਲ ਕੀਤੀ ਜਾਵੇ ਤੁਹਾਡੇ ਵਿਰੋਧੀਆਂ ਦੀ, ਤੁਸੀਂ ਆਪਣਾ ਵਿਰੋਧੀ ਕਿਹਨੂੰ ਮੰਨਦੇ ਹੋ ਜੀ? ਕਿਉਂਕਿ ਤੁਹਾਡੇ ਜੇ ਆਪਾਂ ਚਾਹੇ ਬਾਜਵਾ ਸਾਹਿਬ ਦੀ ਗੱਲ ਕਰੀ ਜਾਈਏ, ਚਾਹੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਤੇ ਤੁਸੀਂ ਕਿਹਨੂੰ ਆਪਣਾ ਜਿਹੜਾ ਵਿਰੋਧੀ ਕਿਹਨੂੰ ਮੰਨਦੇ ਹੋ ਜ਼ਿਆਦਾ? नहीं, साडा विरोधी कोई नहीं जी, साडा मुकाबला ही हुण किसे नाल नहीं रहा, मुकाबला दूजे ते तीजे नंबर दा आ। साडे 70% वोट सारे पिंडां च आ, लोकां च इन्ना उभार आ कि कोई गल करन वाली नहीं। ਪਰ ਜੇ ਆਪਾਂ ਗੱਲ ਕਰੀ ਜਾਵੇ ਇਸ ਤੋਂ ਪਹਿਲਾਂ ਜਿਹੜੇ ਇੱਥੇ ਕੈਂਡੀਡੇਟ ਹੋਏ ਨੇ ਜਾਂ MLA ਸਾਹਿਬ ਹੈਗੇ ਨੇ, ਉਹਨਾਂ ਦੀ ਜੇ ਆਪਾਂ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਤੇ ਜੇ ਤੁਸੀਂ ਤੁਹਾਡੀ ਪਾਰਟੀ ਆਉਂਦੀ ਹੈ, ਜੇ ਤੁਸੀਂ ਇਹਦੇ ਇਲਾਕੇ ਤੋਂ ਜਿੱਤ ਕੇ ਨੁਮਾਇੰਦਗੀ ਕਰਦੇ ਹੋ ਤਾਂ ਕੀ ਇੱਥੇ ਸੁਧਾਰ ਲਿਆਓਗੇ ਜਿਹੜੇ ਅੱਜ ਤੱਕ ਨਹੀਂ ਹੋਏ ਤੇ ਜਾਂ ਉਹਨਾਂ ਨੇ ਜਿਹੜੇ ਨਹੀਂ ਕੀਤੇ? ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਇਸ ਤਾਂ ਕੰਮ ਹੀ ਬੜੇ ਕਰਵਾਏ ਆ ਜੀ। ਵੇਖੋ, ਕਹਿਣਾ ਤੇ ਹਰ ਇੱਕ ਨੇ ਹੁੰਦਾ, ਪਰ ਗਣਾਉਣ ਨਾ ਕਿ ਕੰਮ ਕਰਾਏ ਕਿਹੜੇ ਆ। ਤੁਹਾਨੂੰ ਜਿਹੜੇ ਦੱਸੇ ਤੁਸੀਂ ਦੱਸ ਦਿਓ ਨਾ। ਪਿਛਲੇ 5 ਸਾਲ 'ਚ ਇੱਥੇ ਇੱਕ ਵੀ ਕੰਮ ਦਸ ਦਿਨ ਸਵਾ ਗਲੀਆਂ ਨਾਲੀਆਂ ਤੋਂ ਵੀ ਪੈਸਾ ਮਨਰੇਗਾ ਦਾ ਆਇਆ ਔਰ ਉਹ ਵੀ ਇਹਨਾਂ ਦੇ ਸਰਪੰਚਾਂ ਖਾਦਾ, ਉਹਦੀ ਇਨਕੁਆਰੀ ਵੀ ਕੇਂਦਰ ਸਰਕਾਰ ਨੇ ਖੋਲਤੀ ਆ। ਨਾ ਕੋਈ ਇੱਥੇ ਇਹਨਾਂ ਨੇ ਡਿਗਰੀ ਕਾਲਜ ਲਿਆਂਦਾ, ਨਾ ਕੋਈ ਹੋਰ ਗੱਲ ਹੋਈ ਆ, ਇੱਕ ਵੀ ਕੰਮ ਨਹੀਂ ਹੋਇਆ। ਹੋਇਆ ਕੀ ਆ, ਸਰਪੰਚਾਂ ਦੀਆਂ ਬੋਲੀਆਂ ਤੇ ਅਫਸਰਾਂ ਦੀਆਂ ਫੋਲੀਆਂ, ਜਿਹੜਾ ਇੱਥੋਂ MLA ਸੀ ਉਹ ਪੈਸੇ ਇਕੱਠੇ ਕਰਕੇ ਤੇ ਭੱਜ ਗਿਆ ਵਾ। ਔਰ ਜਿਹੜੇ ਦੂਜੇ ਹੁਣ ਆਏ ਆ ਉਹਨਾਂ ਦੇ ਭਰਾ, ਉਹ 12 ਸਾਲ ਬਾਅਦ ਦਿੱਲੀੋਂ ਆਏ, ਆਪ ਕਹਿੰਦੇ ਆ, ਤੇ ਉਹਨਾਂ ਵੀ ਪਾਰਲੀਮੈਂਟ 'ਚ ਜਾ ਕੇ ਕੋਈ ਮਸਲਾ ਨਹੀਂ ਹੱਲ ਕੀਤਾ। ਸਾਡੇ ਕਾਦੀਆਂ ਹਲਕੇ ਦੇ 2 ਮਸਲੇ ਸੀਗੇ ਦਿੱਲੀ ਨੂੰ ਲੈ ਕੇ। ਇੱਕ ਧਾਰੀਵਾਲ ਦੀ ਵੂਲਨ ਮਿਲ, ਜਿੱਥੇ ਕਿਸੇ ਵੇਲੇ 8000 ਇੰਪਲੋਈ ਸੀ ਔਰ ਉਹ ਸਾਡੇ ਧਾਰੀਵਾਲ ਹਲਕੇ ਦੀ ਬੈਕਬੋਨ ਸੀ, ਉਹਦਾ ਕੋਈ ਹੱਲ ਨਹੀਂ। ਇਸ ਵੇਲੇ 3 ਸਾਲ ਤੋਂ ਉੱਥੇ ਸੈਂਕੜੇ ਮੁਲਾਜ਼ਮ ਰਹਿ ਗਏ ਆ, ਉਹਨਾਂ ਦੀਆਂ ਕੋਈ ਤਨਖਾਹਾਂ ਨਹੀਂ ਮਿਲੀਆਂ ਔਰ ਬਿਲਡਿੰਗ ਖੰਡਰ ਬਣ ਗਈ ਆ। ਦੂਜਾ ਮਸਲਾ ਸੀ ਕਾਦੀਆਂ ਦੀ ਰੇਲ ਲਾਈਨ ਦਾ ਬਿਆਸ ਤੱਕ ਦਾ। ਬਾਜਵਾ ਸਾਹਿਬ 2 ਵਾਰ MP ਬਣ ਗਏ ਆ, ਅਜੇ ਤੱਕ ਉਹ ਰੇਲ ਲਾਈਨ ਨਹੀਂ ਕਢਾ ਸਕੇ। ਲੱਡੂ ਜ਼ਰੂਰ 2 ਵਾਰ ਲੋਕਾਂ 'ਚ ਉਹਨਾਂ ਵੰਡਤੇ ਆ, ਪਰ ਕੰਮ ਨਹੀਂ ਕੋਈ ਵੀ। ਬਾਜਵਾ ਸਾਹਿਬ ਇੱਕ ਕੰਮ 10 ਦਿਨ 12 ਸਾਲ ਦਿੱਲੀ 'ਚ ਪਾਰਲੀਮੈਂਟ 'ਚ ਰਹੇ, ਗੁਰਦਾਸਪੁਰ ਦੀ ਨੁਮਾਇੰਦਗੀ ਕੀਤੀ ਆ, ਇੱਕ ਕੰਮ 10 ਦਿਨ ਸੌਂ ਖਾਨ ਨੂੰ ਕਿ ਕਿਹੜਾ ਕੀਤਾ? ਪਰ ਉਹ ਕਹਿੰਦੇ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ, ਕਹਿੰਦੇ ਇਹ ਤਾਂ ਸਟੇਟ ਗਵਰਨਮੈਂਟ ਦੇ ਕੰਮ ਦੇ ਇੱਥੇ, ਕਹਿੰਦੇ ਜਿਹੜੇ ਸੈਂਟਰ ਗਵਰਨਮੈਂਟ ਦੇ ਮੈਂ ਤਾਂ ਬਹੁਤ ਫੰਡ ਲਿਆਂਦੇ, ਬੜਾ ਕੁਝ ਕੀਤਾ। ਪਰ ਹੁਣ ਜੇ ਮੈਨੂੰ ਦੁਬਾਰਾ ਇੱਕ ਵਾਰੀ ਮੌਕਾ ਦਿੱਤਾ ਜਾਊਗਾ ਸਟੇਟ ਦੇ ਵਿੱਚ ਰਹਿ ਕੇ ਕੰਮ ਕਰਨ ਦਾ, ਕਿਉਂਕਿ ਮੈਨੂੰ ਤਾਂ ਬਾਹਰ ਹੀ ਰੱਖਿਆ ਗਿਆ ਇਹਨਾਂ ਨੇ, ਇਸ ਕਰਕੇ ਇਹਨਾਂ ਨੂੰ ਖਤਰਾ ਸੀ, ਇਸ ਕਰਕੇ ਮੈਨੂੰ ਬਾਹਰ ਜਾ ਕੇ ਛੱਡ ਦਿੰਦੇ ਸੀ। ਨਹੀਂ, ਮੈਂ ਤੇ ਤੁਹਾਨੂੰ ਕੰਮ ਸੈਂਟਰ ਤੇ ਦਵਾਏ ਆ। ਜਦੋਂ ਇਹ ਮੈਂਬਰ ਪਾਰਲੀਮੈਂਟ ਪਹਿਲੀ ਵਾਰ ਬਣੇ ਆ ਨਾ, ਵਿਨੋਦ ਖੰਨੇ ਨੂੰ ਹਰਾਇਆ ਇਹਨਾਂ ਨੇ, ਉਦੋਂ ਕਾਂਗਰਸ ਦੀ ਸਰਕਾਰ ਹੀ, ਮਨਮੋਹਨ ਸਿੰਘ ਉਦੋਂ ਪ੍ਰਾਈਮ ਮਿਨਿਸਟਰ ਸੀਗੇ, ਇਹ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦੇ। ਇਹਨਾਂ ਦੀ 10 ਸਾਲ ਪਹਿਲਾਂ ਕਾਂਗਰਸ ਦਾ ਰਾਜ ਰਿਹਾ ਦਿੱਲੀ 'ਚ। ਇਹ ਕੰਮ ਦਿੱਲੀ ਦੇ ਗੋਚਰੇ ਵਾਲੇ ਆ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ। ਵੂਲਨ ਮਿਲ ਜਿਹੜੀ ਆ ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਆਉਂਦੀ ਆ, ਔਰ ਜਿਹੜਾ ਰੇਲ ਲਾਈਨ ਆ ਉਹ ਰੇਲਵੇਜ਼ ਵੀ ਸੈਂਟਰ ਦਾ ਮਹਿਕਮਾ,
ਇਹ ਸੈਂਟਰ ਦਾ ਤਾਂ ਕੋਈ ਕੰਮ ਨਹੀਂ ਕਰ ਸਕੇ ਔਰ ਸਟੇਟ 'ਚ ਇਹਨਾਂ ਦਾ ਹੀ ਛੋਟਾ ਭਰਾ ਐਮਐਲਏ ਸੀ, ਕੋਈ ਬਾਹਰ ਦਾ ਤੇ ਹੈ ਨਹੀਂ ਸੀ ਔਰ ਇਹਨਾਂ ਨੇ ਉਹਨੂੰ ਟਿਕਟ ਦਵਾ ਕੇ ਐਮਐਲਏ ਬਣਾਇਆ ਸੀ। ਤੇ ਫਿਰ ਜੇ ਕੋਈ ਕੰਮ ਨਹੀਂ ਹਲਕੇ 'ਚ ਹੋਇਆ ਤੇ ਉਹਦਾ ਜ਼ਿੰਮੇਵਾਰ ਕੌਣ ਆ? ਬਾਜਵਾ ਪਰਿਵਾਰ ਹੀ ਆ ਨਾ, ਕੋਈ ਹੋਰ ਨੂੰ ਤਾਂ ਨਹੀਂ ਨਾ ਜ਼ਿੰਮੇਵਾਰੀ ਦੇ ਸਕਦੇ। ਪਰ ਜੇ ਆਪਾਂ ਇੱਥੇ ਹੁਣ ਗੱਲ ਕਰੀਏ, ਜਿਸ ਟਾਈਮ ਤੁਸੀਂ ਇਸ ਇਲਾਕੇ ਦੇ ਵਿੱਚੋਂ ਇੱਥੇ ਤੁਸੀਂ ਆਪਣੇ ਦਫ਼ਤਰ ਦਾ ਵੀ ਉਦਘਾਟਨ ਕਰਨ ਆਏ ਹੋ, ਤੁਹਾਨੂੰ ਕਿੰਨਾ ਕੁ ਲੱਗਦਾ ਜੀ ਕਿੰਨੀ ਕੁ ਲੀਡ ਦੇ ਨਾਲ ਆਪਾਂ ਨੂੰ ਜਿੱਤ ਪ੍ਰਾਪਤ ਹੋਊਗੀ ਔਰ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਔਰ ਕਿੰਨੀਆਂ ਸੀਟਾਂ ਤੁਹਾਡੇ ਹਿਸਾਬ ਨਾਲ ਜਿੱਤ ਕੇ ਸਰਕਾਰ ਬਣੇਗੀ? ਜਿੱਥੋਂ ਤੱਕ ਕਾਦੀਆਂ ਹਲਕੇ ਦੀ ਗੱਲ ਆ 10,000 ਪਲੱਸ ਦੀ ਲੀਡ ਚੱਲ ਰਹੀ ਹੈ, ਇਹ ਤੋਂ ਵਧੇਗੀ, ਇਹ ਤੋਂ ਘਟੇਗੀ ਨਹੀਂ ਔਰ 80 ਪਲੱਸ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੇਗੀ। ਧੰਨਵਾਦ ਜੀ। ਧੰਨਵਾਦ। ਹਾਂਜੀ ਸਰਦਾਰ ਜਗਰੂਪ ਸਿੰਘ ਸੋ ਇਹ ਸਨ ਜਗਰੂਪ ਸਿੰਘ ਜੀ ਸੇਖਵਾਂ, ਜਿਨ੍ਹਾਂ ਨੇ ਇੱਥੇ ਹਲਕੇ ਦੀ ਜਿਹੜੀ ਨੁਮਾਇੰਦਗੀ, ਉਹ ਕਹਿੰਦੇ ਜੇ ਮੈਨੂੰ ਲੋਕ ਨੁਮਾਇੰਦਗੀ ਦਿੰਦੇ ਨੇ ਤਾਂ ਮੈਂ ਵੱਧ ਚੜ ਕੇ ਇੱਥੇ ਕੰਮ ਦੇ ਜਿਹੜੇ ਹੱਡ ਲਿਆ ਦਾਂਗਾ ਔਰ ਵੱਧ ਚੜ ਕੇ ਫੰਡ ਲਿਆਵਾਂਗਾ, ਜਿਸ ਦੇ ਨਾਲ ਸੜਕਾਂ ਨੂੰ ਛੱਡ ਕੇ ਸਿਹਤ ਸੇਵਾਵਾਂ, ਕਾਲਜ, ਐਜੂਕੇਸ਼ਨ ਦੇ ਪ੍ਰੋਗਰਾਮ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ। ਸੋ ਕੈਮਰਾਮੈਨ ਦੇਸ਼ਰਾਜ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਕਾਦੀਆਂ, ਗੁਰਦਾਸਪੁਰ।